ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਅੱਜ ਦੇ ਇਸ ਨਵੇਂ ਸਾਲ ਦੇ ਦੌਰਾਨ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਕੈਨੇਡਾ ਤਾਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਕੈਨੇਡਾ ਦੀ ਐਲੀਜੀਬਿਲਟੀ ਅੱਜ ਦੀ ਡੇਟ ਦੇ ਵਿੱਚ ਕੀ ਚੱਲ ਰਹੀ ਹੈ, ਇੱਕ ਟ੍ਰੈਂਡ ਹੁੰਦਾ ਉਹ ਵੀ ਮੈਟਰ ਕਰਦਾ, ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਟ੍ਰੈਂਡ ਕਿਸ ਤਰੀਕੇ ਦਾ ਚੱਲ ਰਿਹਾ ਕੈਨੇਡਾ ਦਾ, ਤੇ ਅਪਲਾਈ ਕਰਨ ਲੱਗੇ ਕਿਹੜੀਆਂ ਰਿਕੁਆਇਰਮੈਂਟਸ ਹੈ ਬਹੁਤ ਜ਼ਰੂਰੀ ਨੇ ਉਹ। ਸੋ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਜਸਮੀਤ ਭਾਟੀਆ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸੋ ਜਸਮੀਤ ਜੀ, ਪ੍ਰੈਜ਼ੈਂਟਲੀ ਕੈਨੇਡਾ ਦੀ ਰਿਕੁਆਇਰਮੈਂਟ ਕੀ ਚੱਲ ਰਹੀ ਹੈ, ਤੇ ਇੱਕ ਟ੍ਰੈਂਡ ਵਰਡ ਬਹੁਤ ਯੂਜ਼ ਹੁੰਦਾ ਉਹ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਉਹ ਮੈਟਰ ਕਰਦਾ ਹੁੰਦਾ। ਸੀ ਕੈਨੇਡਾ ਦੀ ਐਂਟਰੀ ਰਿਕੁਆਇਰਮੈਂਟ ਜੇ ਅਸੀਂ ਗੱਲ ਕਰੀਏ ਤਾਂ ਇਟ ਇਜ਼ ਦੋ ਕੈਟੇਗਰੀਜ਼ ਹੈਗੀਆਂ। ਸੋ ਪਹਿਲਾਂ ਜਿਹੜੇ ਸ਼ੋਅ ਜਿਨ੍ਹਾਂ ਬੱਚਿਆਂ ਨੇ +2 ਇਸ ਸਾਲ ਪਾਸ ਕਰਨੀ ਹੈ ਔਰ ਉਹਨਾਂ ਦੇ ਪੇਰੈਂਟਸ ਇਸ ਸਾਲ ਹੁਣ ਸਰਚ ਕਰ ਰਹੇ ਨੇ ਕਿ ਵਾਟ ਇਜ਼ ਦ ਐਂਟਰੀ ਕ੍ਰਾਈਟੇਰੀਆ ਫॉर ਕੈਨੇਡਾ। ਸੋ ਕੈਨੇਡਾ ਨੇ SDS ਸਿਸਟਮ ਇੰਪਲੀਮੈਂਟ ਕੀਤਾ। ਸੋ ਦੈਟ ਵਾਜ਼ ਇਨ 2018 ਐਂਡ 2019 ਚੋਂ ਇੰਪਲੀਮੈਂਟ ਹੋ ਗਿਆ। ਸੋ SDS ਸਿਸਟਮ ਇੰਪਲੀਮੈਂਟ ਕੀਤਾ ਜਿਹਦੀ ਐਂਟਰੀ ਰਿਕੁਆਇਰਮੈਂਟ ਹੋ ਗਈ 6 ਈਚ। So 6 each is the requirement of SDS and you must pay full year fees, यानी कि जो भी ਤੁਹਾਡੇ ਕਾਲਜ ਦੀ ਫੀਸ ਹੈ ਤੁਸੀਂ full year pay ਕਰੋ। Thirdly, you must pay for GIC account. GIC is guaranteed investment account in Canada. You can open up that account in ICICI Bank, SBI Bank और ਨੋਵੋ ਸਕੋਸ਼ੀਆ ਬੈਂਕ, CIBC ਬੈਂਕ। ਹੁਣ ਤਾਂ ਬਹੁਤ ਸਾਰੇ ਬੈਂਕ ਹੋ ਗਏ, ਪਹਿਲਾਂ ਸਿਰਫ ਨੋਵੋ ਸਕੋਸ਼ੀਆ ਹੁੰਦਾ ਸੀ। ਸੋ ਯੂ ਹੈਵ ਟੂ ਪੇ $10,200 ਇਨ ਦੈਟ ਕੀ ਕਹਿੰਦੇ ਆ ਬੈਂਕ ਅਕਾਊਂਟ ਵਿਚ ਇਜ਼ ਰਿਫੰਡੇਬਲ। ਸੋ ਜਿਹੜਾ ਉਹ ਪੈਸਾ ਤੁਸੀਂ ਪੇ ਕਰਦੇ ਹੋ ਦੈਟ ਇਜ਼ ਰਿਫੰਡੇਬਲ। ਇਨੀਸ਼ੀਅਲੀ ਤੁਹਾਨੂੰ ਜਾ ਕੇ $2,000 ਮਿਲਦਾ ਹੈ, ਬਾਅਦ 'ਚ ਇਕੁਅਲ ਇੰਸਟਾਲਮੈਂਟ 'ਚ ਮੰਥਲੀ ਪੈਸੇ ਮਿਲਦੇ ਰਹਿੰਦੇ ਨੇ। ਸੋ ਸਟੂਡੈਂਟਸ ਜਿਹੜਾ ਕੈਨੇਡਾ ਦਾ ਪੈਟਰਨ ਹੈ SDS ਦਾ ਬੜਾ ਸਿੰਪਲ ਹੈ। 6 ਈਚ ਪੂਰੇ ਸਾਲ ਦੀ ਫੀਸ, ਮੈਡੀਕਲ ਕਰਾਉਣਾ ਬੱਚੇ ਨੇ ਔਰ ਆਪਾਂ GIC 'ਚ $10,200 ਪਾਣੇ ਆ। ਦਿਸ ਇਜ਼ ਦ ਕ੍ਰਾਈਟੇਰੀਆ। ਬਟ ਇਸ ਟਾਈਮ 'ਤੇ ਦੇਖਣ ਨੂੰ ਮਿਲਿਆ ਕਿ ਜੇ ਪਰਸੈਂਟੇਜ ਕਿਸੇ ਦੀ ਲੋ ਹੈ ਤਾਂ ਉਹਨੂੰ ਰਿਫਿਊਜ਼ਲ ਆ ਜਾਂਦੀ ਹੈ 6 ਈਚ ਦੇ ਬਾਵਜੂਦ। ਕਿਸੇ ਦੀ 50% ਹੈਗੀ ਔਰ 2-3 ਸਬਜੈਕਟਸ 'ਚ ਨੰਬਰ ਘੱਟ ਹੈ ਤਾਂ ਉਹਨਾਂ ਨੂੰ ਰਿਫਿਊਜ਼ਲ ਆ ਜਾਂਦੀ ਹੈ। ਦੈਨ ਯੂ ਮਸਟ ਚੂਜ਼ ਕੀ ਕਹਿੰਦੇ ਕਾਲਜਿਸ ਵਿਚ ਆਰ ਇਨ ਰਿਮੋਟ ਏਰੀਆਜ਼ ਵਿਚ ਆਰ ਨਾਟ ਇਨ ਦ ਮੇਨ ਸਿਟੀ। ਸਾਡੇ ਸਟੂਡੈਂਟ ਹੁੰਦੇ ਕਿ ਮੇਰੇ 6 ਈਚ ਪੈਣਾ ਮੈਨੂੰ ਕੈਨੇਡਾ ਦਾ ਵੀਜ਼ਾ ਮਿਲ ਜਾਣਾ, ਬਟ ਇਸ ਟਾਈਮ ਉਹ ਚੀਜ਼ ਫੋਲੋ ਨਹੀਂ ਹੋ ਰਹੀ ਹੈ। ਸੈਕਿੰਡ ਕੈਟੇਗਰੀ ਇਜ਼ ਨੋਨ SDS ਕੈਟੇਗਰੀ। ਸੋ ਨੋਨ SDS ਕੈਟੇਗਰੀ 'ਚ ਜਿਵੇਂ ਤੁਹਾਡੇ ਬੈਂਡ ਘੱਟ ਹੈ, ਸੋ ਪਹਿਲਾਂ ਤਾਂ 2 'ਚ 5.5 ਬੈਂਡ ਵਾਲਿਆਂ ਨੂੰ ਵੀ ਵੀਜ਼ੇ ਮਿਲਦੇ ਰਹੇ, ਬਟ ਹੁਣ 1 'ਚ 5.5 ਬੈਂਡ ਵਾਲਿਆਂ ਨੂੰ ਵੀ ਵੀਜ਼ਾ ਮਿਲਣਾ ਬੜਾ ਮੁਸ਼ਕਿਲ ਹੋ ਗਿਆ। ਸੋ ਜਾਂ ਤਾਂ ਤੁਸੀਂ ਜੇ ਕੋਈ ਟੋਫਲ ਕੀਤੀ ਹੈ, PTE ਕੀਤੀ ਹੈ, ਜਾਂ ਤੁਹਾਡੇ ਇੱਕ ਮੋਡਿਊਲ 'ਚੋਂ 5.5 ਬੈਂਡ ਹੈ, ਦੈਨ ਯੂ ਕਮ ਅੰਡਰ नॉन SDS कैटेगरी। बाकी सब कुछ सेम है, बट यू नीड टू पुट मोर डॉक्यूमेंट्स कि यू शुड प्रूव दैट यू आर फाइनेंशियली वेल ऑफ। सो स्टूडेंट दीज आर 2 कैटेगरीज। और उन्होंने पेरेंट्स को भी दसना चाहांगा ये 2 कैटेगरीज हैगी कैनेडा दियाँ। सो प्रीवियसली बिफोर SDS देर वॉज अ यूनिवर्सिटी कैटेगरी ऑल्सो, बट नाउ द यूनिवर्सिटी कैटेगरी ऑल्सो फॉल्स अंडर द SDS कैटेगरी, क्योंकि जो तो 6 ईच है देन यू आर अ SDS कैटेगरी। और जे तुसी सपोज पूरे साल की फीस नहीं देंदे हो तां भी तुहाडी फाइल फॉल्स अंडर नॉन SDS कैटेगरी। सो बड़ा सिंपल जिहा कैनेडा का पैटर्न। और जो तुसी कैनेडा का पैटर्न फॉलो करते हो तो बड़ा सिंपल स्टैप वाइज प्रोसीजर है। फर्स्ट ऑफ ऑल यू नीड टू हैव अ पासपोर्ट। सैकेंड ऑफ ऑल यू नीड टू गिव योर IELTS एग्जाम। एंड जो तुसी IELTS से तुहाडे रिजल्ट आ जाते यू कैन अप्लाई फॉर अ कंडीशनल ऑफर लैटर ऑल्सो। सो जिवें तुसी IELTS की डेट बुक की हुई है, तुहाडा IELTS का रिजल्ट पेंडिंग है तो तुसी कंडीशनल ऑफर लैटर भी अप्लाई कर सकते हो। सो इस टाइम देखने को मिल रहा है कि रश इन्ना ज़्यादा बढ़ चुका है कैनेडा च कि जेडे इस साल +2 पेपर देंगे, मैनूं लगता है कि उन्होंने जनवरी 2023 भी मिलना किते ना किते मुश्किल बन सकता है जे तुसी कोई आपे रिजिड ऑप्शन लैके चल रहे हो, क्योंकि बहुत सारे कॉलेजेस क्लोज हो चुके हैं सितंबर 22 एंड दे आर एक्सैप्टिंग एप्लीकेशन फॉर जनवरी 23। सो जे तुसी जनवरी 23 ਲਈ ਐਪਲੀਕੇਸ਼ਨ ਹੁਣ ਦੇਣਾ ਚਾਹੁੰਦੇ ਹੋ ਤਾਂ ਕੀ ਕਹਿੰਦੇ ਤੁਸੀਂ +2 ਇਸ ਸਾਲ ਦੇ ਰਹੇ ਹੋ ਤਾਂ ਜਨਵਰੀ 23 ਬਹੁਤ ਜਲਦੀ ਮੁੱਕ ਸਕਦਾ ਹੈ। ਸੋ ਜਿਹੜਾ ਸੀ ਪ੍ਰੋਸੈਸ ਕਹੀਏ ਸਭ ਤੋਂ ਸਿੰਪਲ ਜੇ ਕਿਸੇ ਕੰਟਰੀ ਦਾ ਹੈਗਾ ਦੈਟ ਇਜ਼ ਕੈਨੇਡਾ। ਇੱਕ ਜਗ੍ਹਾ ਮੈਂ ਕੁਝ ਜਗ੍ਹਾ ਇਹ ਵੀ ਚਰਚਾ ਸੁਣੀ ਹੈ ਕਿ ਫੰਡਸ ਸ਼ੋ ਕਰਨੇ ਹੁੰਦੇ, ਕੀ ਜ਼ਰੂਰੀ ਹੁੰਦਾ ਕੈਨੇਡਾ ਵਾਸਤੇ ਵੀ ਫੰਡਸ? ਨਹੀਂ, ਫੰਡ ਸ਼ੋ ਤਾਂ ਕਰਨੇ ਤੁਸੀਂ ਜੇ ਤੁਸੀਂ GIC ਨਹੀਂ ਪੇ ਕੀਤਾ। सो जे तुसी GIC नहीं पे करते हो दैट मीनस यू आर गोइंग अंडर नॉन SDS कैटेगरी। बट ਅੱਜ ਦੀ ਡੇਟ 'ਚ ਕਈ ਰਿਫਿਊਜ਼ਲਾਂ 'ਚ ਦੇਖਣ ਨੂੰ ਮਿਲਿਆ ਕਿ ਯੂਰ ਫਾਈਨੈਂਸ਼ੀਅਲ ਡਾਕੂਮੈਂਟਸ ਵਰ ਨਾਟ ਸਪੋਰਟਡ ਤਾਂ ਤੁਹਾਨੂੰ ਵੀਜ਼ਾ ਰਿਫਿਊਜ਼ਲ ਆ ਗਈ। ਸੋ
ਤੁਸੀਂ ਜੇ ਈਜ਼ੀਲੀ ਲਗਾ ਸਕਦੇ ਹੋ ਤਾਂ SDS ਕੈਟਾਗਰੀ 'ਚ ਤੁਸੀਂ ਬੈਂਕ ਸਟੇਟਮੈਂਟ, ਜੋ ਵੀ ਤੁਹਾਡੇ ਪੇਰੈਂਟਸ ਦੀ ਬੈਂਕ ਸਟੇਟਮੈਂਟ ਹੈ, ਵਾਟ ਐਵਰ ਇਟ ਇਜ਼, ਦੇਰ ਇਜ਼ ਨੋ ਫੰਡ ਸ਼ੋ ਰਿਕੁਆਇਰਮੈਂਟ, ਔਰ ਇਨਕਮ ਟੈਕਸ ਰਿਟਰਨਸ ਤੁਸੀਂ SDS ਕੈਟਾਗਰੀ 'ਚ ਵੀ ਅਟੈਚ ਕਰ ਸਕਦੇ ਹੋ। ਨਹੀਂ ਤਾਂ ਨੋਨ SDS ਕੈਟਾਗਰੀ 'ਚ ਤਾਂ ਮੈਂ ਤੁਹਾਨੂੰ ਅਟੈਚ ਕਰਨ ਨੂੰ ਸਲਾਹ ਦੇਵਾਂਗਾ ਹੀ ਦੇਵਾਂਗਾ। ਸੋ ਸਟੂਡੈਂਟਸ, ਪਿੱਛੇ ਜੇ ਤੁਸੀਂ ਵੀ ਬਹੁਤ ਸਾਰੀਆਂ ਖਬਰਾਂ ਦੇਖੀਆਂ ਹੋਣਗੀਆਂ, ਛੋਟੀਆਂ ਮਿਸਟੇਕਸ, ਚਾਹੇ ਉਹ SOP ਦੀ ਹੋਵੇ, ਚਾਹੇ ਕੋਈ ਕਲੈਰੀਕਲ, ਚਾਹੇ ਫਾਈਲਿੰਗ ਦੀ ਮਿਸਟੇਕ ਹੋਵੇ, ਉਹਦੇ ਕਰਕੇ ਬਹੁਤ ਸਾਰੇ ਸਟੂਡੈਂਟਸ ਨੂੰ ਰਿਫਿਊਜ਼ਲ ਮਿਲਿਆ। ਸੋ ਜਦੋਂ ਵੀ ਤੁਸੀਂ ਫਾਈਲ ਲਗਾਓ, ਇੱਕ ਵਾਰੀ ਜ਼ਰੂਰ ਕੰਸਲਟੈਂਟ ਨਾਲ ਸਲਾਹ ਕਰਕੇ ਲਗਾਓ। ਜਸਮੀਤ ਜੀ ਬਾਰੇ ਜ਼ਰੂਰ ਕਿਹਾ ਜਾ ਸਕਦਾ ਕਿ 14 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਨੂੰ, 20,000 ਤੋਂ ਜ਼ਿਆਦਾ ਵੀਜ਼ਾ ਲਗਾ ਚੁੱਕੇ ਨੇ ਤੇ ਬੜੀ ਪ੍ਰੋਫੈਸ਼ਨਲ ਟੀਮ ਹੈ ਇਹਨਾਂ ਦੀ। ਤੁਸੀਂ ਸਲਾਹ ਵੀ ਲੈ ਸਕਦੇ ਹੋ ਫਾਈਲਿੰਗ ਦੇ ਪ੍ਰੋਸੈਸ ਨੂੰ ਲੈ ਕੇ ਕਿਸੇ ਵੀ ਮਸਲੇ ਤੇ 90413 90412 ਤੇ ਕਾਲ ਕਰਕੇ। ਧੰਨਵਾਦ। ਥੈਂਕ ਯੂ ਸੋ ਮਚ।